प्यारे बच्चों, वेरी गुड आफ्टरनून। बच्चों, कल असी पाठ 12 पहला मनुख ਅਤੇ ਅੱਗ ਦੀ ਖੋਜ ਪਾਠ ਪੜ੍ਹਿਆ ਸਮਝਿਆ। ਅੱਜ ਬੱਚੋ ਅਸੀਂ ਪਾਠ 12 ਦੀ ਪ੍ਰਸ਼ਨ ਉੱਤਰ ਅਤੇ ਬੁੱਕ ਦੀ ਜਿਹੜੀ ਐਕਸਰਸਾਈਜ਼ ਹੈ ਉਸ ਨੂੰ ਕਰਾਂਗੇ। ਬੱਚੋ ਪਹਿਲਾ ਪ੍ਰਸ਼ਨ ਹੈ, ਜਦੋਂ ਮਨੁੱਖ ਧਰਤੀ 'ਤੇ ਆਇਆ ਤਾਂ ਉਸ ਦਾ ਜੀਵਨ ਕਿਹੋ ਜਿਹਾ ਸੀ? ਜਦੋਂ ਮਨੁੱਖ ਧਰਤੀ 'ਤੇ ਆਇਆ ਤਾਂ ਉਸ ਦਾ ਜੀਵਨ ਕਿਹੋ ਜਿਹਾ ਸੀ? ਕਿਹੋ ਜਿਹਾ ਸੀ ਬੱਚੋ? ਜਾਨਵਰਾਂ ਵਾਂਗ। ਉਸ ਦਾ ਜੀਵਨ ਕਿਹੋ ਜਿਹਾ ਸੀ? ਜਾਨਵਰਾਂ ਵਾਂਗ। ਕੁਦਰਤ ਨੇ ਮਨੁੱਖ ਤੇ ਜਾਨਵਰਾਂ ਵਿੱਚ ਕੀ ਫਰਕ ਰੱਖਿਆ ਹੈ? ਕੁਦਰਤ ਨੇ ਮਨੁੱਖ ਤੇ ਜਾਨਵਰਾਂ ਵਿੱਚ ਕੀ ਫਰਕ ਰੱਖਿਆ ਹੈ? ਇੱਕ ਸੂਝਵਾਨ ਦਿਮਾਗ ਦਾ। ਕੀ ਫਰਕ ਰੱਖਿਆ ਬੱਚੋ? ਇੱਕ ਸੂਝਵਾਨ ਦਿਮਾਗ ਦਾ। ਜਿਹੜੇ ਜਾਨਵਰ ਹਨ ਉਹਨਾਂ ਕੋਲ ਇੱਕ ਸੂਝਵਾਨ ਦਿਮਾਗ ਨਹੀਂ ਹੈ। ਮਨੁੱਖ ਉਸ ਸੂਝਵਾਨ ਦਿਮਾਗ ਦੇ ਨਾਲ ਆਪਣੇ ਜੀਵਨ ਵਿੱਚ ਤਰੱਕੀ ਕਰ ਸਕਦਾ ਹੈ। ਪਹਿਲਾ ਮਨੁੱਖ ਕਿਹੜੇ ਕਿਹੜੇ ਢੰਗਾਂ ਨਾਲ ਅੱਗ ਬਾਲਣ ਲੱਗਾ ਹੋਵੇਗਾ? ਜਿਹੜਾ ਪਹਿਲਾ ਮਨੁੱਖ ਸੀ ਉਹ ਕਿਹੜੇ ਕਿਹੜੇ ਢੰਗਾਂ ਨਾਲ ਅੱਗ ਬਾਲਦਾ ਸੀ? ਆਸਮਾਨੀ ਬਿਜਲੀ ਨਾਲ ਅਤੇ ਦੋ ਪੱਥਰਾਂ ਨੂੰ ਆਪਸ ਵਿੱਚ ਰਗੜ ਕੇ। ਪਹਿਲਾ ਮਨੁੱਖ ਕਿਵੇਂ ਅੱਗ ਬਾਲਦਾ ਸੀ ਬੱਚੋ? ਆਸਮਾਨੀ ਬਿਜਲੀ ਨਾਲ ਅਤੇ ਦੋ ਪੱਥਰਾਂ ਨੂੰ ਆਪਸ ਵਿੱਚ ਰਗੜ ਕੇ। ਪਿੰਡਾਂ ਵਿੱਚ ਅੱਗ ਦੀ ਸੰਭਾਲ ਔਰਤਾਂ ਕਿਵੇਂ ਕਰਦੀਆਂ ਹਨ? ਪਿੰਡਾਂ ਵਿੱਚ ਅੱਗ ਦੀ ਸੰਭਾਲ ਔਰਤਾਂ ਕਿਵੇਂ ਕਰਦੀਆਂ ਹਨ? ਅੱਗ ਨੂੰ ਮਿੱਟੀ ਦੇ ਵਿੱਚ ਦਬਾ ਕੇ। ਅੱਗ ਨੂੰ ਮਿੱਟੀ ਦੇ ਵਿੱਚ ਦਬਾ ਕੇ। ਲੋਕ ਸਰਦੀਆਂ ਵਿੱਚ ਅੱਗ ਦੀ ਨਿੱਘ ਕਿਵੇਂ ਲੈਂਦੀਆਂ ਹਨ? ਲੋਕ ਸਰਦੀਆਂ ਵਿੱਚ ਅੱਗ ਦੀ ਨਿੱਘ ਕਿਵੇਂ ਲੈਂਦੇ ਹਨ? ਅੱਗ ਨੂੰ ਸੇਕ ਕੇ। ਕਿਵੇਂ ਲੈਂਦੇ ਹਨ? ਅੱਗ ਨੂੰ ਸੇਕ ਕੇ। ਅੱਗ ਪਹਿਲਾਂ ਮਨੁੱਖ ਦੀ ਸੁਰੱਖਿਆ ਕਿਵੇਂ ਕਰਦੀ ਸੀ? ਅੱਗ ਪਹਿਲਾਂ ਮਨੁੱਖ ਦੀ ਰੱਖਿਆ ਕਿਵੇਂ ਕਰਦੀ ਸੀ? ਜੰਗਲੀ ਜਾਨਵਰਾਂ ਤੋਂ ਬਚਾ ਕੇ। ਕਿਵੇਂ ਕਰਦੀ ਸੀ? ਜੰਗਲੀ ਜਾਨਵਰਾਂ ਤੋਂ ਬਚਾ ਕੇ। ਅਗਲਾ ਹੈ ਬੱਚੋ, ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਲਾਈਨ ਵਿੱਚ ਦਿਓ। ਮਨੁੱਖ ਨੇ ਅੱਗ ਦੀ ਖੋਜ ਕਿਵੇਂ ਕੀਤੀ ਤੇ ਉਹ ਅੱਗ ਦੇ ਲਾਭ ਕਿਵੇਂ ਲੈਣ ਲੱਗਾ? ਮਨੁੱਖ ਨੇ ਬੱਚੋ ਅੱਗ ਦੀ ਖੋਜ ਕਿਵੇਂ ਕੀਤੀ ਸੀ? ਮਨੁੱਖ ਨੇ ਅੱਗ ਦੀ ਖੋਜ ਦੋ ਪੱਥਰਾਂ ਨੂੰ ਆਪਸ ਵਿੱਚ ਰਗੜ ਕੇ ਕੀਤੀ। ਕਿਵੇਂ ਕੀਤੀ ਸੀ ਬੱਚੋ? ਦੋ ਪੱਥਰਾਂ ਨੂੰ ਆਪਸ ਵਿੱਚ ਰਗੜ ਕੇ। ਤੇ ਅੱਗ ਦੀ ਖੋਜ ਤੋਂ ਬਾਅਦ ਉਹ ਆਪਣਾ ਭੋਜਨ ਪਕਾ ਕੇ ਖਾਣ ਲੱਗਾ। ਅੱਗ ਦੀ ਖੋਜ ਤੋਂ ਬਾਅਦ ਉਹ ਆਪਣਾ ਭੋਜਨ ਪਕਾ ਕੇ ਖਾਣ ਲੱਗਾ। ਜਦੋਂ ਉਸਨੇ ਅੱਗ ਦੀ ਖੋਜ ਕਰ ਲਈ ਉਸ ਤੋਂ ਬਾਅਦ ਜਿਹੜਾ ਉਸਦਾ ਭੋਜਨ ਸੀ ਉਹ ਉਸਨੂੰ ਪਕਾ ਕੇ ਖਾਣ ਲੱਗਾ। ਅੱਗ ਦੀ ਸੰਭਾਲ ਤੋਂ ਕੀ ਭਾਵ ਹੈ? ਪਿੰਡਾਂ ਵਿੱਚ ਔਰਤਾਂ ਇਸ ਤੋਂ ਕਿਵੇਂ ਲਾਭ ਲੈਂਦੀਆਂ ਹਨ? ਅੱਗ ਦੀ ਸੰਭਾਲ ਤੋਂ ਕੀ ਭਾਵ ਹੈ? ਅੱਗ ਦੀ ਸੰਭਾਲ ਤੋਂ ਕੀ ਭਾਵ ਹੈ ਬੱਚੋ? ਅੱਗ ਦੀ ਸੁਰੱਖਿਆ ਕਰਨਾ ਜਾਂ ਰੱਖਿਆ ਕਰਨਾ ਇੱਕੋ ਹੀ ਗੱਲ ਹੈ। ਅੱਗ ਦੀ ਸੁਰੱਖਿਆ ਕਰਨਾ। ਪਿੰਡਾਂ ਵਿੱਚ ਔਰਤਾਂ ਇਸ ਨੂੰ ਕਿਵੇਂ ਲਾਭ ਲੈਂਦੀਆਂ ਹਨ? ਪਿੰਡਾਂ ਵਿੱਚ ਔਰਤਾਂ ਅੱਗ ਨੂੰ ਮਿੱਟੀ ਵਿੱਚ ਦਬਾ ਕੇ ਰੱਖ ਦਿੰਦੀਆਂ ਹਨ। ਪਿੰਡਾਂ ਵਿੱਚ ਬੱਚੋ ਔਰਤਾਂ ਕੀ ਕਰਦੀਆਂ ਹਨ? ਅੱਗ ਨੂੰ, ਚੁੱਲ੍ਹੇ ਦੀ ਥੋੜ੍ਹੀ ਅੱਗ ਲਈ ਉਸ ਨੂੰ ਮਿੱਟੀ ਦੇ ਵਿੱਚ ਦਬਾ ਕੇ ਰੱਖ ਦਿੰਦੀਆਂ ਸਨ ਅਤੇ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਪੈਂਦੀ ਸੀ ਉਹ ਇਸ ਦੇ ਨਾਲ ਦੁਬਾਰਾ ਅੱਗ ਨੂੰ ਬਾਲ ਲੈਂਦੀਆਂ ਸੀ। ਇਹ ਸੀ ਬੱਚੋ ਇਸ ਦੇ ਪ੍ਰਸ਼ਨ ਉੱਤਰ। ਕੱਲ੍ਹ ਬੱਚੋ ਅਸੀਂ ਤੁਹਾਨੂੰ ਆਪਣੀ ਬੁੱਕ ਵਿੱਚ ਪਾਠ 4 ਦੇ ਬਹੁ ਵਿਕਲਪੀ ਅਤੇ ਖਾਲੀ ਥਾਵਾਂ ਕਰਨ ਵਾਸਤੇ ਦਿੱਤੀਆਂ ਸਨ। ਜਿਨ੍ਹਾਂ ਬੱਚਿਆਂ ਨੇ ਕਰ ਲਿਆ ਹਨ ਉਹ ਇਸ ਨੂੰ ਮਿਲਾਣਗੇ। ਜਿਨ੍ਹਾਂ ਨੇ ਨਹੀਂ ਕੀਤੀਆਂ ਉਹ ਮੇਰੇ ਨਾਲ ਇਸ ਨੂੰ ਆਪਣੀ ਕਿਤਾਬ ਵਿੱਚ ਕਰਨਗੇ। ਕੁਦਰਤ ਬਹੁ ਵਿਕਲਪੀ ਪ੍ਰਸ਼ਨ।
ਬਹੁ-ਵਿਕਲਪੀ ਪ੍ਰਸ਼ਨ। ਕੁਦਰਤ ਨੇ ਮਨੁੱਖ ਨੂੰ ਜਾਨਵਰਾਂ ਨਾਲੋਂ ਵੱਖ ਕੀ ਦੇ ਕੇ ਭੇਜਿਆ ਹੈ? ਕੁਦਰਤ ਨੇ ਮਨੁੱਖ ਨੂੰ ਜਾਨਵਰਾਂ ਨਾਲੋਂ ਵੱਖ ਕੀ ਦੇ ਕੇ ਭੇਜਿਆ ਹੈ? ਕੁਛ ਵੀ ਨਹੀਂ। ਖਾਣ ਪੀਣ, ਅੱਖ ਨੱਕ ਕੰਨ ਜਾਂ ਸੂਝਵਾਨ ਦਿਮਾਗ। ਕੀ ਚੀਜ਼ ਹੈ ਬੱਚੋ? ਸੂਝਵਾਨ ਦਿਮਾਗ। ਅਸੀਂ ਸੂਝਵਾਨ ਦਿਮਾਗ ਤੇ ਟਿਕ ਕਰਾਂਗੇ। ਅਗਲਾ ਪ੍ਰਸ਼ਨ ਹੈ ਬੱਚੋ, ਮਨੁੱਖ ਨੂੰ ਸ਼ੁਰੂ ਵਿੱਚ ਅੱਗ ਕਿੱਦਾਂ ਬਾਲੀ ਹੋਵੇਗੀ? ਮਨੁੱਖ ਨੇ ਸ਼ੁਰੂ ਵਿੱਚ ਅੱਗ ਕਿੱਦਾਂ ਬਾਲੀ ਹੋਵੇਗੀ? ਕੋਲਿਆਂ ਨੂੰ ਦਬਾ ਕੇ, ਮਾਚਿਸ ਦੀ ਤੀਲੀ ਨਾਲ, ਆਸਮਾਨੀ ਬਿਜਲੀ ਨਾਲ ਜਾਂ ਪੱਥਰਾਂ ਨੂੰ ਰਗੜ ਕੇ। ਸਭ ਤੋਂ ਪਹਿਲੇ ਬੱਚੇ ਮਨੁੱਖ ਨੇ ਸ਼ੁਰੂ ਤੋਂ ਅੱਗ ਕਿਵੇਂ ਬਾਲੀ ਸੀ? ਆਸਮਾਨੀ ਬਿਜਲੀ ਨਾਲ। ਕਿਵੇਂ ਬਾਲੀ ਸੀ ਬੱਚੋ? ਆਸਮਾਨੀ ਬਿਜਲੀ ਨਾਲ। ਫਿਰ ਉਸਨੇ ਕੀ ਕੀਤਾ? ਪੱਥਰਾਂ ਨੂੰ ਰਗੜ ਕੇ ਅੱਗ ਬਾਲੀ। ਉਸ ਤੋਂ ਬਾਅਦ ਮਾਚਿਸ ਦੀ ਤੀਲੀ ਦੇ ਨਾਲ ਅੱਗ ਬਾਲੀ ਤੇ ਫਿਰ ਉਹ ਅੱਗ ਨੂੰ ਮਿੱਟੀ ਵਿੱਚ ਦਬਾ ਕੇ ਰੱਖਣ ਲੱਗ ਗਿਆ। ਪਿੰਡਾਂ ਵਿੱਚ ਔਰਤਾਂ ਅੱਗ ਦੀ ਸੰਭਾਲ ਕਿਵੇਂ ਕਰਦੀਆਂ ਹਨ? ਪਿੰਡਾਂ ਵਿੱਚ ਔਰਤਾਂ ਅੱਗ ਦੀ ਸੰਭਾਲ ਕਿਵੇਂ ਕਰਦੀਆਂ ਹਨ? ਅੱਗ ਬਾਲੀ ਰੱਖਣ ਨਾਲ, ਅੱਗ ਦੇ ਕੋਲੇ ਬਣਾ ਕੇ, ਅੱਗ ਨੂੰ ਦਬਾ ਕੇ ਜਾਂ ਅੱਗ ਲਾ ਕੇ। ਕਿਵੇਂ ਕਰਦੀਆਂ ਹਨ ਬੱਚੋ? ਅੱਗ ਨੂੰ ਦਬਾ ਕੇ। ਅੱਗ ਨੂੰ ਉਹ ਮਿੱਟੀ ਦੇ ਵਿੱਚ ਦਬਾ ਦਿੰਦੀਆਂ ਹਨ। ਲੋਕ ਅੱਗ ਨੂੰ ਕੀ ਸਮਝ ਕੇ ਪੂਜਾ ਕਰਦੇ ਹਨ? ਕੀ ਸਮਝ ਕੇ ਬੱਚੋ ਪੂਜਾ ਕਰਦੇ ਹਨ? ਦੇਵਤਾ, ਭਗਤ, ਰਾਖਸ਼ ਜਾਂ ਰੱਬ। ਕੀ ਸਮਝ ਕੇ ਪੂਜਾ ਕਰਦੇ ਹਨ? ਦੇਵਤਾ। ਕੀ ਸਮਝ ਕੇ ਪੂਜਾ ਕਰਦੇ ਹਨ ਬੱਚੋ? ਦੇਵਤਾ। ਅਗਲਾ ਹੈ ਬੱਚੋ, ਸਰਦੀ ਵਿੱਚ ਅੱਗ ਮਨੁੱਖ ਨੂੰ ਕੀ ਦਿੰਦੀ ਹੈ? ਸਰਦੀ ਵਿੱਚ ਅੱਗ ਮਨੁੱਖ ਨੂੰ ਕੀ ਦਿੰਦੀ ਹੈ? ਸਰਦੀ, ਨਿੱਘ, ਸ਼ੀਤ ਜਾਂ ਠੰਡ। ਕੀ ਦਿੰਦੀ ਹੈ ਬੱਚੋ? ਨਿੱਘ ਦਿੰਦੀ ਹੈ। ਕੀ ਦਿੰਦੀ ਹੈ ਬੱਚੋ? ਨਿੱਘ। ਨਿੱਘ ਦਾ ਕੀ ਅਰਥ ਹੁੰਦਾ ਹੈ? ਗਰਮਾਇਸ਼। ਜਦੋਂ ਸਾਨੂੰ ਜ਼ਿਆਦਾ ਠੰਡ ਲੱਗਦੀ ਹੈ, ਲੋਕ ਕੀ ਕਰਦੇ ਹਨ? ਅੱਗ ਦੀ ਧੂਣੀ ਬਾਲ ਕੇ ਉਸ ਦੇ ਚਾਰੋਂ ਪਾਸੇ ਬਹਿ ਜਾਂਦੇ ਹਨ ਤੇ ਅੱਗ ਨੂੰ ਸੇਕਦੇ ਹਨ। ਅਗਲਾ ਹੈ ਬੱਚੋ, ਵਾਕਾਂ ਵਿੱਚ ਵਰਤਾ ਕਰੋ। ਇਹ ਅਸੀਂ ਨਹੀਂ ਕਰਨਾ। ਉਸ ਤੋਂ ਬਾਅਦ ਹੈ ਖਾਲੀ ਥਾਵਾਂ ਭਰੋ। ਖਾਲੀ ਥਾਵਾਂ ਭਰੋ। ਉੱਪਰ ਤੁਹਾਨੂੰ ਬੱਚੇ ਆਪਸ਼ਨ ਦਿੱਤੇ ਹੋਏ ਹਨ। ਜਿਹੜਾ ਵੀ ਇਸ ਦਾ ਆਨਸਰ ਠੀਕ ਹੈ, ਤੁਸੀਂ ਉੱਤੇ ਦਿੱਤੇ ਸ਼ਬਦਾਂ ਨੂੰ ਚੁਣ ਕੇ ਸਹੀ ਸ਼ਬਦ ਭਰਨਾ ਹੈ। ਅੱਜ ਦੀ ਡੈਸ਼ ਤੱਕ ਪਹੁੰਚਣ ਲਈ ਮਨੁੱਖ ਨੂੰ ਲੱਖਾਂ ਸਾਲ ਲੱਗ ਗਏ। ਅੱਜ ਦੀ ਡੈਸ਼ ਪਹੁੰਚਣ ਨੂੰ ਮਨੁੱਖ ਨੂੰ ਲੱਖਾਂ ਸਾਲ ਲੱਗ ਗਏ। ਕੀ ਪਹੁੰਚਣ ਨੂੰ ਬੱਚੋ? ਜ਼ਿੰਦਗੀ। ਅੱਜ ਦੀ ਜ਼ਿੰਦਗੀ ਤੱਕ ਪਹੁੰਚਣ ਨੂੰ ਮਨੁੱਖ ਨੂੰ ਲੱਖਾਂ ਸਾਲ ਲੱਗ ਗਏ ਸੀ, ਕਿਉਂਕਿ ਪਹਿਲੇ ਬੱਚੋ ਜਿਹੜਾ ਮਨੁੱਖ ਸੀ ਉਹ ਜਾਨਵਰਾਂ ਵਾਂਗ ਸੀ। ਧੀਰੇ ਧੀਰੇ ਉਸਨੇ ਆਪਣੇ ਸੋਚਵਾਨ ਦਿਮਾਗ ਦੇ ਨਾਲ ਤਰੱਕੀ ਕਰਦਾ ਕਰਦਾ ਅੱਜ ਤੱਕ ਉਹ ਜੀਵਨ ਪਹੁੰਚ ਗਿਆ। ਕੁਦਰਤ ਨੇ ਮਨੁੱਖ ਨੂੰ ਇੱਕ ਡੈਸ਼ ਦਿਮਾਗ ਦੇ ਕੇ ਭੇਜਿਆ ਹੈ। ਕਿਹੜਾ ਦਿਮਾਗ ਦੇ ਕੇ ਭੇਜਿਆ ਹੈ? ਸੂਝਵਾਨ। ਕਿਹੜਾ ਦਿਮਾਗ ਦੇ ਕੇ ਭੇਜਿਆ ਹੈ ਬੱਚੋ? ਸੂਝਵਾਨ ਦਿਮਾਗ ਕੇ ਭੇਜਿਆ ਹੈ। ਅਗਲਾ ਹੈ, ਪਿੰਡਾਂ ਦੀਆਂ ਡੈਸ਼ ਅੱਜ ਵੀ ਅੱਗ ਦੀ ਸੰਭਾਲ ਕਰ ਲੈਂਦੀਆਂ ਹਨ। ਪਿੰਡਾਂ ਦੀਆਂ ਸੁਆਣੀਆਂ। ਸੁਆਣੀਆਂ ਕੀ ਹੁੰਦਾ ਬੱਚੋ? ਔਰਤਾਂ। ਪੰਜਾਬੀ ਵਿੱਚ ਔਰਤਾਂ ਨੂੰ ਤੀਵੀਆਂ ਵੀ ਆਖਦੇ ਹਨ, ਸੁਆਣੀਆਂ ਵੀ ਆਖਦੇ ਹਨ। ਸੁਆਣੀਆਂ, 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 ਸੁਆਣੀਆਂ। ਸਰਦੀਆਂ ਵਿੱਚ ਅਸੀਂ ਡੈਸ਼ ਅੱਗੇ ਬੈਠਣਾ ਪਸੰਦ ਕਰਦੇ ਹਾਂ। ਕਿਸ ਦੇ ਅੱਗੇ ਬੈਠਣਾ ਪਸੰਦ ਕਰਦੇ ਹਾਂ? ਚੁੱਲ੍ਹਿਆਂ ਅੱਗੇ। ਜਿਹੜੀ ਪਿੰਡਾਂ ਵਿੱਚ ਲੋਕ ਮਿੱਟੀ ਦਾ ਚੁੱਲ੍ਹਾ ਬਣਾ ਕੇ ਅੱਗ ਬਾਲਦੇ ਹਨ, ਉਸ ਨੂੰ ਆਖਦੇ ਹਨ ਚੁੱਲ੍ਹਿਆਂ ਅੱਗੇ। ਚੁੱਲ੍ਹਿਆਂ ਅੱਗੇ ਬੈਠਣਾ ਪਸੰਦ ਕਰਦੇ ਹਾਂ। ਪਹਿਲਾ ਮਨੁੱਖ ਅੱਗ ਬਾਲ ਕੇ ਜਾਨਵਰਾਂ ਤੋਂ ਆਪਣੀ ਡੈਸ਼ ਕਰਦਾ ਹੋਵੇਗਾ। ਕੀ ਕਰਦਾ ਹੋਵੇਗਾ? ਸੁਰੱਖਿਆ। ਕੀ ਕਰਦਾ ਹੋਵੇਗਾ ਬੱਚੋ? ਸੁਰੱਖਿਆ। ਕੀ ਕਰਦਾ ਹੋਵੇਗਾ? ਸੁਰੱਖਿਆ। ਕਿਉਂਕਿ ਜੰਗਲੀ ਜਾਨਵਰ ਮਨੁੱਖ ਨੂੰ ਖਾ ਸਕਦੇ ਸਨ, ਇਸ ਲਈ ਜਿਹੜਾ ਜਾਨਵਰ ਮਾਨਵ ਸੀ ਉਹ ਅੱਗ ਬਾਲ ਕੇ ਜੰਗਲੀ ਜਾਨਵਰਾਂ ਤੋਂ ਆਪਣੀ ਸੁਰੱਖਿਆ ਕਰਦਾ ਸੀ, ਕਿਉਂਕਿ ਜਿਹੜੇ ਜੰਗਲੀ ਜਾਨਵਰ ਹਨ ਉਹ ਅੱਗ ਤੋਂ ਡਰਦੇ ਹਨ। ਇਹ ਸੀ ਬੱਚੋ ਸਾਡੇ ਇਸ ਪਾਠ ਦੇ ਬਹੁ ਵਿਕਲਪੀ ਪ੍ਰਸ਼ਨ ਅਤੇ ਖਾਲੀ ਥਾਵਾਂ ਭਰੋ।